ਹਾਲੇਲੂਇਆ ਪ੍ਰੇਜ਼ ਦਾ ਲਾਰਡ। ਆਪ ਸਭ ਨੂੰ ਜੈ ਮਸੀਹ ਕੀ। ਆਸ਼ਾ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਵਿੱਚ ਵੱਧ ਰਹੇ ਹੋਵੋਗੇ। ਅੱਜ ਅਸੀਂ ਪ੍ਰਕਾਸ਼ ਦੀ ਪੋਥੀ ਦਾ 8ਵੇਂ ਚੈਪਟਰ ਦਾ ਅਧਿਐਨ ਕਰਾਂਗੇ। ਅਸੀਂ ਅੱਜ ਤੇ ਪਰਮੇਸ਼ਰ ਧੰਨਵਾਦ ਕਰਦੇ ਹਾਂ, ਪਿਤਾ ਪਰਮੇਸ਼ਰ ਨੇ ਸਾਨੂੰ ਫਜ਼ਲ ਬਖਸ਼ਿਆ ਕਿ ਪਿਤਾ ਪਰਮੇਸ਼ਰ ਦਾ ਅਸੀਂ ਨਾਮ ਲੈ ਸਕੀਏ, ਕਿਉਂਕਿ ਪਰਮੇਸ਼ਰ ਦੀ ਅਗਰ ਮਰਜ਼ੀ ਨਾ ਹੋਵੇ ਤਾਂ ਅਸੀਂ ਕੁਛ ਵੀ ਨਹੀਂ ਕਰ ਸਕਦੇ। ਵਚਨ 'ਚ ਵੀ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਖੁਦ ਕਿਹਾ ਕਿ ਤੁਸੀਂ ਮੈਨੂੰ ਛੱਡ ਕੇ ਕੁਛ ਵੀ ਨਹੀਂ ਕਰ ਸਕਦੇ। ਤੇ ਚਲੋ ਵੱਧਦੇ ਹਾਂ ਆਪਾਂ। ਪ੍ਰਕਾਸ਼ ਦੀ ਪੋਥੀ 8ਵਾਂ ਚੈਪਟਰ, ਇਸ ਵਿੱਚ 7 ਧੁਰੀਆਂ ਬਾਰੇ ਲਿਖਿਆ। ਚਲੋ ਪੜ੍ਹਦੇ ਆਪਾਂ। ਜਾਂ 7ਵੀਂ ਮੋਹਰ ਉਸਨੇ ਤੋੜੀ ਤਾਂ ਸਵਰਗ ਵਿੱਚ ਅਨੇਕੋਂ ਘੰਟੇ ਤੀਕ ਚੁੱਪ ਚਾੜ ਨਹੀਂ ਰਹੀ, ਅਤੇ ਮੈਂ ਉਹਨਾਂ 7 ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ਰ ਦੇ ਹਜ਼ੂਰ ਖੜੇ ਰਹਿੰਦੇ ਹਨ, ਅਤੇ ਉਹਨਾਂ ਨੂੰ 7 ਧੁਰੀਆਂ ਫੜਾਈਆਂ ਗਈਆਂ। ਫਿਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲਈ ਜਗਵੇਦੀ ਉੱਤੇ ਜਾ ਖਲੋਤਾ, ਅਤੇ ਬਹੁਤ ਸਾਰੀ ਧੂਪ ਉਹਨੂੰ ਦਿੱਤੀ ਗਈ ਭਈ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾ ਦੇ ਨਾਲ ਨਾਲ ਉਸ ਸੋਨੇ ਦੀ ਜਗਵੇਦੀ ਉੱਤੇ ਦਿਖਾਉਂਦਾ ਰਹੇ ਜਿਹੜੀ ਸਿੰਘਾਸਨ ਦੇ ਅੱਗੇ ਹੈ, ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ਰ ਦੇ ਹਜ਼ੂਰ ਅੱਪੜ ਗਿਆ। ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਵੇਦੀ ਦੀ ਕੁਛ ਅੱਗ ਉਸ ਵਿੱਚ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ। ਤਾਂ ਬੱਦਲ ਦੀਆਂ ਗਰਜਾਂ ਅਤੇ ਆਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਭੂਚਾਲ ਆਇਆ। ਫਿਰ ਉਹਨਾਂ 7 ਦੂਤਾਂ ਨੇ, ਜਿਨ੍ਹਾਂ ਕੋਲ 7 ਧੁਰੀਆਂ ਸਨ, ਆਪਣੇ ਆਪ ਨੂੰ ਧੁਰੀਆਂ ਵਜਾਉਣ ਲਈ ਤਿਆਰ ਕੀਤਾ। ਪਹਿਲੇ ਨੇ ਧੁਰੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਰੜੇ ਅਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ। ਤਾਂ ਧਰਤੀ ਦੀ 1/3 ਸੜ ਗਈ ਅਤੇ ਰੁੱਖਾਂ ਦੀ 1/3 ਸੜ ਗਈ, ਅਤੇ ਸਭਨਾ ਹਰਾ ਘਾਹ ਸੜ ਗਿਆ। ਫਿਰ ਦੂਜੇ ਦੂਤ ਨੇ ਧੁਰੀ ਵਜਾਈ ਤਾਂ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ, ਅਤੇ ਸਮੁੰਦਰ ਦੀ 1/3 ਲਹੂ ਬਣ ਗਈ, ਅਤੇ ਸਮੁੰਦਰ ਦੇ ਜਲ ਜੰਤੂ ਦੀ 1/3 ਮਰ ਗਈ, ਅਤੇ ਜਹਾਜ਼ਾਂ ਦੀ 1/3 ਨਸ਼ਟ ਹੋ ਗਈ। ਫਿਰ ਤੀਜੇ ਦੂਤ ਨੇ ਧੁਰੀ ਵਜਾਈ ਤਾਂ ਇੱਕ ਵੱਡਾ ਤਾਰਾ ਮਸਾਲ ਵਾਂਗੂ ਬਲਦਾ ਹੋਇਆ ਆਕਾਸ਼ੋਂ ਟੁੱਟਿਆ ਅਤੇ ਨਦੀ ਦੀ 1/3 ਉੱਤੇ ਅਤੇ ਪਾਣੀਆਂ ਦੀਆਂ ਸੁੰਬਾਂ ਉੱਤੇ ਜਾ ਪਿਆ। ਉਸੇ ਤਾਰੇ ਦਾ ਨਾਂ ਨਗਦ ਊਣਾ ਕਰਕੇ ਆਖੀਦਾ ਹੈ, ਅਤੇ ਪਾਣੀਆਂ ਦੀ 1/3 ਨਗਦ ਊਣੇ ਜਿਹੀ ਹੋ ਗਈ, ਅਤੇ ਉਹਨਾਂ ਪਾਣੀਆਂ ਨਾਲ ਇਸ ਲਈ ਜੋ ਉਹ ਕੌੜੇ ਹੋ ਗਏ ਸਨ ਬਹੁਤ ਮਨੁੱਖ ਮਰ ਗਏ। ਫਿਰ ਚੌਥੇ ਦੂਤ ਨੇ ਧੁਰੀ ਵਜਾਈ ਤਾਂ ਸੂਰਜ ਦੀ 1/3 ਅਤੇ ਚੰਦਰਮਾ ਦੀ 1/3 ਅਤੇ ਤਾਰਿਆਂ ਦੀ 1/3 ਮਰੀ ਗਈ ਭਈ ਉਹਨਾਂ ਦੀ 1/3 ਹਨੇਰੀ ਹੋ ਜਾਵੇ, ਅਤੇ ਦਿਨ ਦੀ 1/3 ਚਾਨਣ ਨਾ ਹੋਵੇ, ਅਤੇ ਇਸੇ ਪ੍ਰਕਾਰ ਰਾਤ ਦੀ ਵੀ। ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਆਕਾਸ਼ ਵਿੱਚ ਉੱਡਦੇ ਤੇ ਵੱਡੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਏ 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 ਧਰਤੀ ਦੇ ਵਾਸੀਆਂ ਨੂੰ, ਉਹਨਾਂ 3 ਦੂਤਾਂ ਦੀ ਧੁਰੀ ਦੀਆਂ ਰਹਿੰਦੀਆਂ ਆਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਧੁਰੀ ਵਜਾਉਣੀ ਹੈ। ਹਾਲੇਲੂਇਆ। ਧੰਨਵਾਦ ਪਿਤਾ ਪਰਮੇਸ਼ਰ ਦਾ। ਇੱਥੇ ਇਸ ਚੈਪਟਰ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਸਿਰਫ 7 ਧੁਰੀਆਂ ਬਾਰੇ ਦੱਸਿਆ। ਹਾਲਾਂਕਿ ਇਹਦੇ ਵਿੱਚ ਚਾਰ ਜਿਹੜੇ ਦੂਤ ਆ ਉਹਨਾਂ ਬਾਰੇ ਹੀ ਦੱਸਿਆ ਆ, ਬਾਕੀ ਜਿਹੜੇ 2 ਆ ਉਹ ਅਗਲੀ ਆਇਤ 9 ਵਿੱਚ ਦੱਸੇ ਜਾਣਗੇ। ਠੀਕ ਹੈ ਜੀ। ਇੱਥੇ ਕੀ ਲਿਖਿਆ? ਇੱਥੇ ਲਿਖਿਆ ਕਿ ਜਦੋਂ ਪਹਿਲੇ ਨੇ ਧੁਰੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਰੜੇ ਤੇ ਅੱਗ ਪ੍ਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ, ਅਤੇ ਧਰਤੀ ਦੀ 1/3 ਸੜ ਗਈ। ਸਮਝੋ ਇਸ ਗੱਲ ਨੂੰ। ਇਸ ਗੱਲ ਦਾ ਮਤਲਬ ਹੈ ਕਿ ਸ਼ਾਇਦ ਅਸੀਂ ਪਰ ਅਨੁਮਾਨ ਲਗਾ ਸਕਦੇ ਹਾਂ। ਇੱਥੇ ਲਿਖਿਆ ਕਿ ਇੱਕ ਰੜੇ ਅਤੇ ਅੱਗ ਪ੍ਰਗਟ ਹੋਈ। ਰੜਾ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਆਕਾਸ਼ ਤੋਂ, ਜਿਹਨੂੰ ਆਪਾਂ ਮੰਡਲ ਕਹਿੰਦੇ ਆ, ਆਕਾਸ਼ ਮੰਡਲ, ਯੂਨੀਵਰਸ ਜਿਹਨੂੰ ਆਪਾਂ ਕਹਿੰਦੇ ਆ, ਤੇ ਉੱਥੋਂ ਗਲੈਕਸੀ ਵਿੱਚੋਂ ਸ਼ਾਇਦ ਕੋਈ ਇੱਦਾਂ ਦੀ ਚੀਜ਼ ਆਵੇ
ਜਿਹੜੀ ਮਤਲਬ ਕਿ ਜਿਹੜੀ ਅੱਗ ਨਾਮ, ਕਿਉਂਕਿ ਇੱਦਾਂ ਆਪਾਂ ਜਦੋਂ ਆਪਾਂ ਦੇਖਦੇ ਹਾਂ ਫਿਲਮ ਵਗੈਰਾ ਵੀ, ਜਦੋਂ ਆਪਾਂ ਯੂਨੀਵਰਸ ਦੀ ਦੇਖਦੇ ਹਾਂ, ਜਦੋਂ ਗੈਲੈਕਸੀ ਨੂੰ ਆਪਾਂ ਜਦੋਂ ਡਿਸਕਵਰੀ ਚੈਨਲ 'ਤੇ ਜਦੋਂ ਦੇਖਦੇ ਹਾਂ, ਉੱਥੇ ਦੱਸਿਆ ਗਿਆ ਕਿ ਇੱਕ ਜਦੋਂ ਚੀਜ਼ ਹਵਾ ਮਤਲਬ ਕਿ ਤੇਜ਼ੀ ਨਾਲ ਆਉਂਦੀ ਉਹ ਆਟੋਮੈਟਿਕ ਗਰਮ ਹੋ ਜਾਂਦੀ ਆ। ਹੋ ਸਕਦਾ ਕਿ ਉਹ ਚੀਜ਼ ਜਿਹੜੀ ਆ ਉਹ ਇੱਕ ਐਸਟਰੋਨੌਟ ਹੋਵੇ। ਮੀਨਸ ਕਿ ਕਹਿਣ ਦਾ ਮਤਲਬ ਹੈ ਕਿ ਐਡਾ ਭਾਰਾ ਪੱਥਰ ਹੋ ਸਕਦਾ ਉੱਥੇ, ਭਾਰਾ ਪੱਥਰ ਜਿਹੜਾ ਮਤਲਬ ਕਿ ਜਿਹੜਾ ਧਰਤੀ ਵੱਲ ਆਉਂਦਾ ਹੋਵੇ, ਤਾਂ ਆਉਂਦੇ ਉਸ ਚੀਜ਼ ਨੂੰ ਅੱਗ ਲੱਗ ਜਾਵੇ ਤੇ ਉਹ ਜਿੱਥੇ ਸੁੱਟਿਆ ਜਾਵੇ, ਕੀ ਪਤਾ ਉੱਥੇ ਹੋ ਸਕਦਾ, ਆਪਾਂ ਅਨੁਮਾਨ ਲਗਾ ਸਕਦੇ ਆਸਟ੍ਰੇਲੀਆ ਹੋ ਸਕਦਾ, ਪਰ ਆਪਾਂ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਆਸਟ੍ਰੇਲੀਆ ਵਿੱਚ ਜੰਗਲ ਬਹੁਤ ਨੇ, ਆਪਾਂ ਮੰਨ ਸਕਦੇ ਹਾਂ। ਤਾਂ 1/3 ਜਿਹੜੇ ਜੰਗਲ ਆ ਉਹਨਾਂ ਨੂੰ ਅੱਗ ਲੱਗ ਜਾਣੀ ਆ। ਤੇ ਤੁਸੀਂ ਯਕੀਨ ਜਾਣੋ, ਆਪਾਂ ਪਿੱਛੇ ਜੇ ਇੱਕ ਨਿਊਜ਼ ਪੜ੍ਹੀ ਸੀ, ਮੇਬੀ ਤੁਹਾਨੂੰ ਨਹੀਂ ਪਤਾ ਹੋਏਗਾ, ਉੱਥੇ ਦੱਸਿਆ ਗਿਆ ਕਿ ਆਸਟ੍ਰੇਲੀਆ ਵਿੱਚ ਜੰਗਲਾਂ 'ਚ ਅੱਗ ਲੱਗ ਗਈ। ਐਮਾਜ਼ੋਨ ਦੇ ਜੰਗਲ ਜਿਹੜੇ ਕਹਿੰਦੇ ਆ ਉਹਨਾਂ ਨੂੰ ਅੱਗ ਲੱਗ ਗਈ। ਤੇ ਹੋ ਸਕਦਾ ਕਿ ਪਹਿਲੀ ਤੁਰੀ ਫੂਕੀ ਜਾ ਚੁੱਕੀ ਹੈ, ਪਰ ਅਸੀਂ ਸਿਰਫ ਅਨੁਮਾਨ ਲਗਾ ਸਕਦੇ ਕਿਉਂਕਿ ਪਰਮੇਸ਼ਰ ਦੀ ਸੋਚ ਸਾਡੇ ਨਾਲ ਬਹੁਤ ਬਹੁਤ ਉੱਪਰ ਆ, ਤਾਂ ਸਾਡੀ ਸੋਚ ਤਾਂ ਕੁਝ ਵੀ ਨਹੀਂ ਹੋ। ਤੇ ਇੱਥੇ ਹੀ ਲਿਖਿਆ ਕਿ 1/3 ਜਿਹੜੀ ਆ ਉਹ ਸੜ ਗਈ। ਰੁੱਖਾਂ ਦੀ 1/3 ਸੜ ਗਈ ਅਤੇ ਸਭ ਜਿਹੜਾ ਘਾਹ ਜਿਹੜਾ ਹਰਾ ਸੀ ਉਹ ਸਾਰਾ ਹੀ ਸੜ ਗਿਆ। 1/3 ਤੁਸੀਂ ਹਿਸਾਬ ਲਾ ਲਓ ਕਿ ਆਪਣੀ ਧਰਤੀ ਤੇ ਕਿੰਨੇ ਜੰਗਲ ਹੋਣਗੇ, ਉਹਦਾ 1/3 ਮਤਲਬ ਕਿ 1/3 ਸੜ ਗਿਆ। ਅੱਗੇ ਲਿਖਿਆ ਤੇ ਜਦੋਂ ਦੂਜੇ ਦੂਤ ਨੇ ਤੁਰੀ ਵਜਾਈ ਤਾਂ ਕੀ ਹੋਇਆ, ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਤੇ ਸਮੁੰਦਰ ਦੀ 1/3 ਲਹੂ ਬਣ ਗਈ। ਇਹ ਵੀ ਸ਼ਾਇਦ ਹੋ ਸਕਦਾ ਕਿ ਸ਼ਾਇਦ ਏਦਾਂ ਦਾ ਹੀ ਕੁਛ ਉੱਪਰੋਂ ਡਿੱਗੇ, ਕਿਉਂਕਿ ਪਰਮੇਸ਼ਰ ਦੀ ਮਰਜ਼ੀ ਨੂੰ ਅਸੀਂ ਨਹੀਂ ਜਾਣ ਸਕਦੇ, ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ। ਲਿਖਿਆ ਕਿ ਦੂਜੇ ਦੂਤ ਨੇ ਤੁਰੀ ਵਜਾਈ ਤਾਂ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ। ਪਹਾੜ ਨਾਲ ਬਲਦਾ ਹੋਇਆ, ਸ਼ਾਇਦ ਇਹ ਵੀ ਹੋ ਸਕਦਾ ਕਿ ਇਹ ਵੀ ਪੱਥਰ ਹੀ ਹੋਵੇ, ਜਾਂ ਇਹ ਹੋ ਸਕਦਾ ਕਿ ਉਹ ਜਿਹੜਾ ਪਹਿਲੀ ਤੁਰੀ ਵਜਾਈ ਗਈ ਉਹ ਪੱਥਰ ਨਾ ਹੋ ਕੇ ਕੁਝ ਹੋਰ ਹੋਵੇ। ਠੀਕ ਹੈ ਜੀ, ਕਹਿੰਦੇ ਸਮੁੰਦਰ ਵਿੱਚ ਸੁੱਟਿਆ ਗਿਆ ਤੇ ਸਮੁੰਦਰ ਜਿਹੜਾ ਲਹੂ ਬਣ ਗਿਆ। ਅਤੇ ਉਹਨੇ ਕੀ ਕੀਤਾ, ਸਮੁੰਦਰ ਦੇ ਜਲ ਜੰਤੂਆਂ ਦੀ 1/3 ਮਾਰ ਦਿੱਤੀ। ਸਮੁੰਦਰ ਵਿੱਚ ਰਹਿ ਰਹੇ ਜਿਹੜੇ ਜੰਤੂ ਆ ਉਹਨਾਂ ਦੀ 1/3 ਮਰ ਗਈ ਤੇ ਜਹਾਜ਼ਾਂ ਦੀ 1/3 ਨਸ਼ਟ ਹੋ ਗਈ। ਜਹਾਜ਼ ਵੀ ਜਿਹੜੇ ਉਹ 1/3 ਨਸ਼ਟ ਕੀਤੇ ਗਏ। ਫਿਰ ਜਦੋਂ ਤੀਜੇ ਨੇ ਤੁਰੀ ਵਜਾਈ ਤਾਂ ਕੀ ਹੋਇਆ, ਕਹਿੰਦੇ ਇੱਕ ਵੱਡਾ ਤਾਰਾ ਮਿਸਾਈਲ ਵਾਂਗੂ ਇੱਕ ਤਾਰਾ ਬਲਦਾ ਹੋਇਆ ਆਕਾਸ਼ੋਂ ਟੁੱਟਿਆ ਤੇ ਨਦੀ ਦੀ 1/3 ਉੱਤੇ ਤੇ ਪਾਣੀ ਦੀ ਸੁੰਬਾ ਉੱਤੇ ਜਾ ਪਿਆ। ਤਾਂ ਉਸ ਤਾਰੇ ਦਾ ਨਾਮ, ਇੱਥੇ ਦੇਖੋ ਪਰਮੇਸ਼ਰ ਕਿੰਨਾ ਮਹਾਨ ਹੈ, ਇੱਥੇ ਇਸ ਤਾਰੇ ਦਾ ਨਾਂ ਵੀ ਦੱਸਿਆ ਗਿਆ ਹੈ। ਕੀ ਨਾਂ ਹੈ ਉਸ ਤਾਰੇ ਦਾ? ਨਗਦ ਉਣਾ ਕਰਕੇ ਉਹਦਾ ਨਾਮ ਆ। ਹੁਣ ਸਾਨੂੰ ਪਤਾ ਨਹੀਂ ਕਿ ਕਿਸ ਤਾਰੇ ਦਾ, ਅਸੀਂ ਕਿਉਂਕਿ ਐਸਟਰੋਨੌਟ ਜਿਹੜੇ ਹੈਗੇ ਆ, ਜਿਹੜੇ ਕਿ ਇਸ ਚੀਜ਼ ਦੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇਸ ਚੀਜ਼ ਆਕਾਸ਼ ਦੀ ਜਿਹੜੀ ਸਟੱਡੀ ਰੱਖਦੇ, ਉਹਨਾਂ ਨੂੰ ਪਤਾ ਹੋਏਗਾ ਕਿ ਇਹ ਤਾਰਾ ਕਿਹੜਾ ਤਾਰਾ, ਅਸੀਂ ਨਹੀਂ ਜਾਣ ਸਕਦੇ, ਸਾਨੂੰ ਪਤਾ ਨਹੀਂ ਹੈ। ਇਹ ਤਾਂ ਜਿਹੜਾ ਕੋਈ ਸਟੱਡੀ ਕਰੂਗਾ ਉਹਨੂੰ ਪਤਾ ਚੱਲ ਸਕਦਾ। ਠੀਕ ਹੈ ਜੀ, ਤੇ ਲਿਖਿਆ ਨਗਦ ਉਣਾ ਕਰਕੇ ਆਖੀਦਾ ਹੈ ਅਤੇ ਪਾਣੀ ਦੀ 1/3 ਨਗਦ ਉੜੇ ਜਿਹੇ ਹੋ ਗਈ। ਕਹਿਣ ਦਾ ਮਤਲਬ ਕਿ ਉਹ ਪਾਣੀ ਜਿਹੜਾ ਆ ਉਹ ਬੇਸਵਾਦਾ ਮਾਇਨੇ ਕੌੜਾ ਹੋ ਗਿਆ ਤੇ ਤਿਹਾ ਦੇ ਕਾਰਨ ਮਤਲਬ ਕਿ ਪਿਆਸ ਦੇ ਕਾਰਨ ਜਿਹੜੇ ਉਹ ਮਨੁੱਖ ਬਹੁਤ ਸਾਰੇ ਮਰ ਗਏ। ਫਿਰ ਚੌਥੇ ਦੂਤ ਨੇ ਜਦੋਂ ਤੁਰੀ ਵਜਾਈ ਤੇ ਸੂਰਜ ਦੀ ਜਿਹੜੀ ਰੋਸ਼ਨੀ ਸੀ, ਉਹ 1/3 ਖਤਮ ਕੀਤੀ ਗਈ ਤੇ ਚੰਦਰਮਾ ਦੀ ਜਿਹੜੀ ਰੋਸ਼ਨੀ ਸੀ ਉਹ ਵੀ 1/3 ਖਤਮ ਕੀਤੀ ਗਈ। ਤੇ ਇੱਥੇ ਇਹ ਵੀ ਲਿਖਿਆ ਆ ਕਿ 1/3 ਹਨੇਰੀ ਹੋ ਜਾਵੇ, ਮਤਲਬ ਕਿ ਜਦੋਂ ਆਪਾਂ ਰਾਤ ਨੂੰ ਕਿਤੇ ਜਾਂਦੇ ਆ ਨਾ, ਹਨੇਰਾ ਕਿੰਨਾ ਹੁੰਦਾ, ਤੇ ਇਹਦਾ ਮਤਲਬ ਇਹ ਆ ਕਿ ਹਨੇਰਾ ਵੀ 1/3 ਖਤਮ ਹੋ ਜਾਊਗਾ ਤੇ ਦਿਨ ਵੀ 1/3 ਖਤਮ ਹੋ ਜਾਊਗਾ। ਅਤੇ ਲਿਖਿਆ ਕਿ ਬਾਅਦ ਵਿੱਚ ਕਹਿੰਦੇ ਮੈਂ ਨਿਗਾਹ ਕੀਤੀ ਤੇ ਮੈਂ ਉਕਾਬ ਦੇਖਿਆ। ਉਕਾਬ ਮਾਇਨੇ ਜਿਹਨੂੰ ਆਪਾਂ ਪੰਜਾਬੀ 'ਚ ਇੱਲ ਕਹਿੰਦੇ ਬਾਜ਼, ਜਿਹਨੂੰ ਬਾਜ਼ ਕਹਿੰਦੇ ਆ, ਆਕਾਸ਼ ਵਿੱਚ ਉੱਡਦੇ ਅਤੇ ਵੱਡੀ ਆਵਾਜ਼ ਨਾਲ ਇਹ ਕਹਿੰਦੇ ਹੋਏ ਸੁਣਿਆ। ਇਹ ਕੌਣ ਆ? ਇਹ ਉਹ ਆ ਜਿਹੜੇ ਚਾਰ ਜੰਤੂ ਜਿਹੜਾ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਆ, ਜਿਹਦੇ ਵਿੱਚ ਦੱਸਿਆ ਗਿਆ ਕਿ ਇੱਕ ਦਾ ਮੂੰਹ ਜਿਹੜਾ ਬਲਦ ਵਰਗਾ ਆ, ਇੱਕ ਦਾ ਮੂੰਹ ਜਿਹੜਾ ਉਕਾਬ ਵਰਗਾ ਆ, ਇੱਕ ਦਾ ਮੂੰਹ ਇਨਸਾਨ ਵਰਗਾ ਆ ਤੇ ਇੱਕ ਦਾ ਮੂੰਹ ਸ਼ੇਰ ਵਰਗਾ ਹੈ। ਇਹ ਉਹਨਾਂ ਚਾਰਾਂ ਜੰਤੂ 'ਚ ਜਿਹੜਾ ਉਕਾਬ ਵਾਂਗੂ ਦਿਖਦਾ ਉਹ ਆਏ। ਕੀ ਕਹਿ ਰਿਹਾ
ਕਹਿੰਦੇ ਵੱਡੀ ਆਵਾਜ਼ ਨਾਲ ਇਹ ਕਹਿੰਦੇ ਸੁਣਿਆ ਕਿ ਹਾਏ 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 ਧਰਤੀ ਦੇ ਵਾਸੀਆਂ ਨੂੰ, ਉਹਨਾਂ 3 ਦੂਤਾਂ ਦੀ ਤੁਰੀ ਦੀਆਂ ਰਹਿੰਦੀਆਂ ਆਕਾਸ਼ ਦੇ ਕਾਰਨ ਜਿਨ੍ਹਾਂ ਅਜੇ ਵਜਾਉਣੀ ਹੈ। ਕਹਿੰਦੇ ਹਾਏ। ਅੱਛਾ, ਇੱਕ ਗੱਲ ਮੈਂ ਤੁਹਾਨੂੰ ਦੱਸਣੀ ਸੀ। ਪਰਮੇਸ਼ਰ ਨੇ ਮੇਰੇ ਨਾਲ ਬਹੁਤ ਟਾਈਮ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਜਦੋਂ ਅਸੀਂ, ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਸਾਡੇ ਕੁਛ ਵੀ ਹੁੰਦਾ, ਜਦੋਂ ਗੱਲ ਕਰਦੇ ਬਿਮਾਰ ਹੁੰਦੇ ਜਾਂ ਕੁਛ ਵੀ, ਸਾਡੇ ਮੂੰਹ 'ਚ ਕੀ ਨਿਕਲਦਾ? ਹਾਏ ਹਾਏ ਰੱਬਾ, ਹਾਏ ਰੱਬਾ। ਹਾਏ ਕਦੀ ਵੀ ਨਹੀਂ ਕਹਿਣਾ ਚਾਹੀਦਾ, ਹਾਏ ਕਦੀ ਵੀ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਸਦਾ ਇੱਕ ਗੱਲ ਕਰਦੇ ਆ ਜਦੋਂ ਆਪਾਂ ਯਿਸੂ ਮਸੀਹ ਦੇ ਟਾਈਮ ਦੀ ਗੱਲ ਕਰਦੀ, ਸਾਡੇ ਯਿਸੂ ਪਿਆਰੇ ਯਿਸੂ ਮਸੀਹ ਦੀ ਗੱਲ ਕਰਦੇ ਹਾਂ, ਜਦੋਂ ਟਾਈਮ ਉਹਨਾਂ ਦਾ ਸੀ, ਜਦੋਂ ਉਸ ਧਰਤੀ 'ਤੇ ਸੀ, ਉਦੋਂ ਉਹਨਾਂ ਨੇ ਯਹੂਦਾ ਇਸਕਰਿਓਤੀ ਬਾਰੇ ਕੀ ਕਿਹਾ ਗਿਆ ਸੀ? ਕਹਿੰਦੇ ਹਾਏ ਉਸ ਮਨੁੱਖ 'ਤੇ ਜਿਸ ਦੇ ਕਾਰਨ ਇਹ ਸਭ ਕੁਛ ਹੋਣਾ, ਹਾਏ ਉਸ ਮਨੁੱਖ 'ਤੇ। ਕਹਿੰਦੇ ਕਾਸ਼ ਕਿ ਉਹ ਪੈਦਾ ਹੀ ਨਾ ਹੁੰਦਾ। ਹਾਏ ਉਸ ਮਨੁੱਖ 'ਤੇ। ਹਾਏ ਹਾਏ ਦਾ ਮਤਲਬ ਹੈਗਾ ਸ਼ਰਾਪ। ਇਹ ਮੇਰੇ ਸਭ ਭੈਣ ਭਰਾ ਇੱਕ ਵਾਰੀ ਧਿਆਨ ਨਾਲ ਗੱਲ ਸੁਣੋ ਕਿ ਹਾਏ ਵਰਡ ਕਦੀ ਨਹੀਂ ਯੂਜ਼ ਕਰਨਾ। ਹਾਏ ਜਿਹੜਾ ਵੱਡਾ ਵਰਡ ਆਪਾਂ, ਇਹ ਬਾਈਬਲ ਦੇ ਅਕੋਰਡਿੰਗ ਸ਼ਰਾਪ ਨੂੰ ਦੱਸਦਾ। ਹਾਏ ਇੱਥੇ ਵੀ ਦੱਸਿਆ ਕਿ ਹਾਏ ਹਾਏ 3 ਵਾਰੀ ਕਿਹਾ, 1 ਵਾਰੀ ਨਹੀਂ 2 ਵਾਰੀ ਨਹੀਂ 3 ਵਾਰੀ ਕਿਹਾ ਗਿਆ। ਕਹਿੰਦੇ ਧਰਤੀ ਦੇ ਵਾਸੀਆਂ ਨੂੰ ਉਹਨੇ ਹਾਏ ਇਸ ਕਰਕੇ ਕਿਹਾ ਕਿ ਜਿਹੜੇ ਤੁਰੀ ਵਜਾਈ ਗਈ, 4 ਤੁਰੀਆਂ ਵਜਾਈਆਂ ਗਈਆਂ, ਜਿਹੜੀਆਂ 4 ਤੁਰੀਆਂ ਵਜਾਈਆਂ ਗਈਆਂ ਤਾਂ 3 ਹਲੇ ਬਾਕੀ ਆ ਕਹਿੰਦੇ। ਤੇ ਕਹਿੰਦੇ 4 ਤੁਰੀਆਂ ਵਜਾਈਆਂ ਗਈਆਂ ਤੇ ਕਹਿੰਦੇ 3 ਹਲੇ ਬਾਕੀ ਰਹਿੰਦੀਆਂ ਆ, ਜਿਨ੍ਹਾਂ ਨੇ ਹਲੇ ਤੁਰੀ ਵਜਾਉਣੀ ਆ। 3 ਦੂਤ ਹਲੇ ਰਹਿੰਦੇ ਜਿਨ੍ਹਾਂ ਨੇ ਤੁਰੀ ਹਲੇ ਵਜਾਉਣੀ ਆ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਤਾਂ ਮਰ ਗਏ ਉਹਨਾਂ ਦਾ ਤਾਂ ਕੰਮ ਖਤਮ ਹੋ ਗਿਆ। ਜਿਹੜੇ ਰਹਿ ਗਏ ਉਹਨਾਂ ਲਈ ਹਾਏ ਹਾਏ ਕਹਿੰਦਾ ਪਿਆ ਉਹ ਉਕਾਬ, ਜਿਹੜੇ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਬੈਠੇ ਆ, ਉਹ ਧਰਤੀ ਵਾਸੀਆਂ ਨੂੰ ਇਸ ਲਈ ਹਾਏ ਹਾਏ ਕਹਿ ਰਿਹਾ ਕਿ ਹਲੇ ਤੁਹਾਡੇ ਤੇ ਵਿਪਤਾ ਆਉਣ ਵਾਲੀ ਆ, ਖਬਰਦਾਰ ਹੋ ਜਾਓ। ਹਲੇ ਵੀ ਸ਼ਾਇਦ ਹੋ ਸਕਦਾ ਕਿ ਉਸ ਵੇਲੇ ਵੀ ਸ਼ਾਇਦ ਕਿ ਤੁਸੀਂ ਤੌਬਾ ਕਰੋ ਤੇ ਬਚ ਜਾਓ। ਜਿਹੜੇ ਤਾਂ ਪਰਮੇਸ਼ਰ ਨੂੰ ਨਹੀਂ ਜਾਣਦੇ, ਜਿਹੜੇ ਤਾਂ ਯਿਸੂ ਮਸੀਹ ਤੇ ਈਮਾਨ ਨਹੀਂ ਲਿਆਉਂਦੇ ਹੈਗੇ, ਉਹਨਾਂ ਦੀ ਤਾਂ ਸਜ਼ਾ ਪੱਕੀ ਆ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਹ ਖੁਦ ਕਿਹਾ ਕਿ ਮੈਂ ਦੁਆਰ ਹਾਂ। ਪ੍ਰਭੂ ਯਿਸੂ ਮਸੀਹ ਨੇ ਖੁਦ ਕਿਹਾ ਕਿ ਮੈਂ ਦੁਆਰ ਹਾਂ, ਮੇਰੇ ਤੋਂ ਬਿਨਾਂ ਕੋਈ ਵੀ ਪਰਮੇਸ਼ਰ ਤੱਕ ਨਹੀਂ ਪਹੁੰਚ ਸਕਦਾ। ਤਾਂ ਪਰਮੇਸ਼ਰ ਤੱਕ ਅਸੀਂ ਉਦੋਂ ਹੀ ਪਹੁੰਚ ਸਕਦੇ ਹਾਂ ਜਦੋਂ ਅਸੀਂ ਈਮਾਨ ਲਿਆਵਾਂਗੇ ਯਿਸੂ ਮਸੀਹ ਤੇ ਕਿ ਉਹ ਮੇਰੇ ਕਾਰਨ ਮਰਿਆ, ਇਸ ਧਰਤੀ ਤੇ ਆਇਆ, ਔਰ ਮੇਰੇ ਕਾਰਨ ਉਹ ਮਾਰਿਆ ਗਿਆ, ਸਤਾਇਆ ਗਿਆ, ਔਰ ਤੀਜੇ ਦਿਨ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤੇ ਉਹ ਪਰਮੇਸ਼ਰ ਦਾ ਪੁੱਤਰ ਆ। ਜਦੋਂ ਇਹ ਈਮਾਨ ਅਸੀਂ ਸੱਚੇ ਦਿਲ ਨਾਲ ਲਿਆਵਾਂਗੇ ਤਾਂ ਮੇਰੇ ਅਜ਼ੀਜ਼ੋ ਅਸੀਂ ਬਚਾਏ ਜਾਵਾਂਗੇ। ਪਰ ਇਹ ਮਤਲਬ ਨਹੀਂ ਹੈਗਾ ਕਿ ਠੀਕ ਆ ਈਮਾਨ ਲਿਆਂਦਾ ਤੇ ਬਾਅਦ 'ਚ ਪਾਪ ਕਰਨ ਤੁਰ ਪਓ, ਨਹੀਂ। ਪਰਮੇਸ਼ਰ ਸਾਡੇ ਕੀਤੇ ਦਾ ਸਾਨੂੰ ਫਲ ਦੇਏਗਾ। ਬਾਈਬਲ 'ਚ ਲਿਖਿਆ ਕਿ ਜੋ ਤੁਸੀਂ ਬੀਜੋਗੇ ਉਹੀ ਵੱਢੋਗੇ। ਜੇ ਅਸੀਂ ਅੱਜ ਕਿਸੇ ਨਾਲ ਬੁਰਾ ਕਰ ਰਹੇ ਹਾਂ, ਜੇ ਅਸੀਂ ਕਿਸੇ ਨਾਲ ਅੱਜ ਬੁਰਾ ਬੋਲ ਰਹੇ ਕਿ ਅੱਜ ਕਿਸੇ ਨਾਲ ਚੰਗਾ ਕਰ ਰਹੇ, ਉਹੀ ਸਾਨੂੰ ਪਲਟ ਕੇ ਦੁਬਾਰਾ ਮਿਲੂਗਾ। ਠੀਕ ਹੈ ਜੀ ਮੇਰੇ ਅਜ਼ੀਜ਼ੋ। ਤੇ ਪਰਮੇਸ਼ਰ ਧੰਨਵਾਦ ਕਰੋ, ਪਰਮੇਸ਼ਰ ਤੇ ਈਮਾਨ ਲਿਆਓ ਔਰ ਡਰੋ ਪਰਮੇਸ਼ਰ ਤੋਂ, ਕਿਉਂਕਿ ਪਰਮੇਸ਼ਰ ਦੇ ਡਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ। ਪਰਮੇਸ਼ਰ ਤੋਂ ਡਰਨਾ ਹੀ ਸਾਡੇ ਲਈ ਚੰਗਾ ਹੈ। ਇੱਥੇ 4 ਧੂਰੀਆਂ ਬਾਰੇ ਦੱਸਿਆ। ਤੁਸੀਂ ਆਪ ਹਿਸਾਬ ਲਓ ਕਿ ਜਦੋਂ ਭੂਚਾਲ ਆ ਜਾਂਦਾ ਹੈ ਤੇ ਕਿੱਦਾਂ ਹਾਹਾਕਾਰ ਮਚ ਜਾਂਦਾ। ਨਿਊਜ਼ ਤੇ ਕਿੰਨਾ ਕੁਛ ਆਉਂਦਾ, ਇੱਥੇ ਫਲਾਣੇ ਤੇ ਭੂਚਾਲ ਆ ਗਿਆ, ਇੱਥੇ ਇੰਨੀ ਕੁ ਤਬਾਹੀ ਹੋ ਗਈ ਹੈ ਨਾ, ਗੱਲ ਕਰਦੇ ਆ। ਤਾਂ ਤੁਸੀਂ ਆਪ ਹਿਸਾਬ ਲਾਓ ਮੇਰੇ ਅਜ਼ੀਜ਼ੋ ਕਿ 4 ਧੂਰੀਆਂ ਇਸ ਵਿੱਚ ਹਲੇ ਤਾਂ 4 ਧੂਰੀਆਂ ਦੱਸੀਆਂ, ਹਲੇ 3 ਅਸੀਂ ਪੜ੍ਹਨੀਆਂ ਤੇ 4 ਧੂਰੀਆਂ ਜਦੋਂ ਵਜਾਉਣੀਆਂ ਆ ਤਾਂ ਉਹਦੇ ਨਾਲ ਕਿੰਨਾ ਕਸ਼ਟ ਹੋਏਗਾ ਦੁਨੀਆ ਤੇ, ਕਿੰਨਾ ਕੁ ਉੱਥੇ ਜਦੋਂ 4 ਧੂਰੀਆਂ ਵੱਜ ਗਈਆਂ ਤਾਂ ਕੌਣ ਰਹਿ ਸਕਦਾ ਹੈ ਇੱਦਾਂ ਦੇ ਟਾਈਮ ਦੇ ਵਿੱਚ। ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਜਦੋਂ ਰੈਪਚਰ ਹੋਏਗਾ ਪਰਮੇਸ਼ਰ ਸਾਨੂੰ ਨਾਲ ਹੀ ਚੁੱਕ ਲਵੇ ਤੇ ਸਾਨੂੰ ਇਹ ਕੁਛ ਦੇਖਣਾ ਨਾ ਪਵੇ। ਤਾਂ ਮੇਰੇ ਅਜ਼ੀਜ਼ੋ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦੀ ਹਾਂ ਕਿ ਰੈਪਚਰ ਵੀ 2 ਤਰ੍ਹਾਂ ਦੱਸਿਆ ਗਿਆ ਹੈ। ਬਾਕੀ ਪਰਮੇਸ਼ਰ ਦੀ ਸੋਚ ਸਾਡੀ ਸੋਚ ਨਾਲੋਂ ਬਹੁਤ ਉੱਤਮ, ਬਹੁਤ ਜ਼ਿਆਦਾ। ਕਿੱਥੇ ਇੱਕ ਧਰਤੀ ਦਾ ਕਣ ਤੇ ਕਿੱਥੇ ਪੂਰਾ ਯੂਨੀਵਰਸ, ਹੈ ਨਾ, ਗੱਲ ਕਰਦੇ ਹਾਂ। ਤੇ ਮੇਰਾ ਕਹਿਣਾ ਇਹੀ ਆ ਕਿ ਪਰਮੇਸ਼ਰ ਤੋਂ ਡਰਨਾ ਚੰਗਾ ਹੈ। ਪਰਮੇਸ਼ਰ ਤੋਂ ਡਰਨਾ ਚੰਗਾ ਸਾਡੇ ਲਈ, ਕਿਉਂਕਿ ਡਰਾਂਗੇ ਅਸੀਂ ਪਾਪ ਵੀ ਘੱਟ ਕਰਾਂਗੇ। ਔਰ ਪਰਮੇਸ਼ਰ ਦੇ ਅਧੀਨ ਰਹੋ, ਉਹਦੇ ਹੁਕਮਾਂ ਨੂੰ ਮੰਨੋ ਔਰ ਸਿੱਧੀ ਚਾਲ ਚੱਲੋ, ਕਿਉਂਕਿ ਬਾਈਬਲ 'ਚ ਲਿਖਿਆ ਕਿ ਜਦੋਂ ਪਰਮੇਸ਼ਰ ਨੂੰ ਕਿਸੇ ਇਨਸਾਨ ਦੀ ਚਾਲ ਪਸੰਦ ਆਉਂਦੀ ਆ ਤਾਂ ਉਹ ਉਸਦੇ ਵੈਰੀਆਂ ਨਾਲ ਵੀ ਮੇਲ ਕਰਵਾ ਦਿੰਦਾ ਹੈ। ਹਾਲੇਲੂਇਆ। ਧੰਨਵਾਦ ਪਰਮੇਸ਼ਰ ਦਾ। ਅਸੀਂ ਸੁੰਦਰ ਵਚਨ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਇਹ ਵਚਨ ਦਿੱਤੇ
ਇਹ ਮੌਕਾ ਬਖਸ਼ਿਆ ਪਿਤਾ ਪਰਮੇਸ਼ਰ ਨੇ ਸਾਡੇ ਨੇ ਕਿ ਅਸੀਂ ਵਚਨ ਪੜ੍ਹ ਸਕੀਏ। ਪਰਮੇਸ਼ਰ ਦਾ ਧੰਨਵਾਦ ਆ। ਤੇ ਇਸ ਚੈਪਟਰ ਨੂੰ ਅਸੀਂ ਇੱਥੇ ਖ਼ਤਮ ਕਰਦੇ ਹਾਂ ਤੇ ਇਸ ਵੀਡੀਓ ਨੂੰ ਵੀ ਇੱਥੇ ਖ਼ਤਮ ਕਰਦੇ ਹਾਂ। ਮੈਂ ਜਲਦ ਹੀ ਦੂਸਰੀ ਵੀਡੀਓ ਲੈ ਕੇ ਵੀ ਆਵਾਂਗੀ। ਪਰਮੇਸ਼ਰ ਧੰਨਵਾਦ ਹੈ, ਸ਼ੁਕਰ ਹੋ ਤੁਹਾਡੇ ਜਿਨ੍ਹਾਂ ਨੇ ਵੀ ਇਹ ਵਚਨ ਸੁਣਿਆ। ਪਰਮੇਸ਼ਰ ਉਹਨਾਂ ਦੀ ਹਰੇਕ ਜ਼ਰੂਰਤ ਨੂੰ ਪੂਰਾ ਕਰੇ, ਉਹਨਾਂ ਦੇ ਹਰੇਕ ਪਾਪ ਨੂੰ ਮਾਫ਼ ਕਰੇ ਔਰ ਪਰਮੇਸ਼ਰ ਤੁਹਾਡੇ ਮਨਾਂ ਨੂੰ ਬਦਲੇ ਔਰ ਤੁਹਾਨੂੰ ਆਪਣੇ ਪੁੱਤਰ ਧੀਆਂ ਹੋਣ ਦਾ ਹੱਕ ਦੇਵੇ। ਹਾਲੇਲੂਇਆ। ਧੰਨਵਾਦ ਪਰਮੇਸ਼ਰ ਦਾ। ਸਭ ਨੂੰ ਜੈ ਮਸੀਹ ਕੀ।